ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਾਂਗੇ ਮੰਤਰੀਆਂ ਦੇ ਵੱਡੇ ਢਿੱਡਾਂ ਨੂੰ ਲੈ ਕੇ ਕਿ ਜਿੰਨੇ ਵੱਡੇ ਮੰਤਰੀਆਂ ਦੇ ਢਿੱਡ ਉਨੇ ਹੀ ਉਹ ਭ੍ਰਿਸ਼ਟਾਚਾਰੀ ਤੇ ਕਰਪਟ ਨੇ। ਕੀ ਤੁਸੀਂ ਕਿਸੇ ਦਾ ਵਜਨ ਜਾਂ ਕਿਸੇ ਦੇ ਢਿੱਡ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਬੰਦਾ ਕਿੰਨਾ ਕੁ ਕਰਪਟ ਹੋਵੇਗਾ? ਇੱਕ ਦਿਲਚਸਪ ਸਰਵੇ ਹੋਇਆ ਹੈ। ਇੱਕ ਸਰਵੇ ਜਾਂ ਸਾਹਮਣੇ ਆਇਆ, ਇਸ ਨੇ ਹੈਰਾਨ ਕਰ ਦਿੱਤਾ ਆ ਕਿ ਜਿੰਨੇ ਵੀ ਮੰਤਰੀਆਂ ਦੇ ਵੱਡੇ ਢਿੱਡ ਹੁੰਦੇ ਨੇ, ਜਿਹੜੇ ਦੇਸ਼ ਦੇ ਮੰਤਰੀ ਜ਼ਿਆਦਾ ਢਿੱਡਲ ਹੋਣਗੇ ਓਨਾ ਹੀ ਉਹ ਦੇਸ਼ ਕਰਪਟ ਹੋਵੇਗਾ, ਓਨੇ ਹੀ ਮੰਤਰੀ ਬੇਈਮਾਨ ਹੋਣਗੇ। ਇਹ ਸਰਵੇ ਕੀਤਾ ਗਿਆ ਹੈ ਫਰਾਂਸ ਦੇ ਇੱਕ ਸਕੂਲ ਵੱਲੋਂ। ਬਿਜ਼ਨਸ ਇਹ ਸਕੂਲ ਹੈ, ਇਸ ਦੇ ਇੱਕ ਵਿਦਵਾਨ ਵੱਲੋਂ ਇਹ ਸਰਵੇ ਕੀਤਾ ਗਿਆ। ਉਸ ਸਰਵੇ ਦੇ ਮੁਤਾਬਿਕ ਕਿ ਜਿੰਨੇ ਵੀ ਦੇਸ਼ਾਂ ਦੇ ਮੰਤਰੀ ਢਿੱਡਲ ਹੋਣਗੇ ਓਨੇ ਹੀ ਉਹ ਦੇਸ਼ ਕਰਪਟ ਹੋਣਗੇ। ਇਸ ਸਰਵੇ ਦੇ ਵਿੱਚ ਕਰੀਬ 15 ਦੇਸ਼ਾਂ ਦੇ ਕੈਬਨਿਟ ਮਿਨਿਸਟਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। 300 ਕੈਬਨਿਟ ਮਿਨਿਸਟਰਾਂ ਉੱਤੇ ਇਹ ਸਰਵੇ ਕੀਤਾ ਗਿਆ ਸੀ, ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਜਿੰਨੇ ਵੱਡੇ ਢਿੱਡ ਓਨੇ ਹੀ ਉਹ ਕਰਪਟ। ਇਹਨਾਂ ਮੰਤਰੀਆਂ ਦਾ BMI ਕੀਤਾ ਗਿਆ ਸੀ, ਜਾਣੀ ਕਿ ਬਾਡੀ ਮਾਸ ਇੰਡੈਕਸ ਕੀਤਾ ਗਿਆ ਸੀ। ਇਸ ਤੋਂ ਅੰਦਾਜ਼ਾ ਲਗਾਇਆ ਗਿਆ ਆ ਕਿ ਜਿੰਨੇ ਵੱਡੇ ਢਿੱਡ ਓਨੇ ਹੀ ਇਹ ਕਰਪਟ। ਬਿਲਕੁਲ ਇਹ ਹੈਰਾਨੀਜਨਕ ਗੱਲ ਹੈ, ਪਰ ਇਹ ਸਰਵੇ ਇਸ ਲਈ ਕੀਤਾ ਗਿਆ ਕਿਉਂਕਿ ਦੱਖਣੀ ਇੰਗਲੈਂਡ ਦੇ ਵਿੱਚ ਕੁਝ ਸਮਾਂ ਪਹਿਲਾਂ ਉੱਥੇ ਦੇ ਕੈਬਨਿਟ ਮਿਨਿਸਟਰ, ਮੇਅਰ ਅਤੇ ਕੌਂਸਲਰਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਂਦਾ ਸੀ। ਉਹਨਾਂ ਦਾ ਵਜ਼ਨ ਕੀਤਾ ਜਾਂਦਾ ਸੀ, ਉਹਨਾਂ ਦੀ ਮੇਜ਼ਰਮੈਂਟ ਕੀਤੀ ਜਾਂਦੀ ਸੀ। ਜਿਸ ਕਿਸੇ ਦੀ ਵੀ ਵਜ਼ਨ 'ਚ ਵਾਧਾ ਦਿਖਦਾ ਸੀ, ਜਿਸ ਕਿਸੇ ਦੀ ਮੇਜ਼ਰਮੈਂਟ ਵਧੀ ਹੁੰਦੀ ਸੀ, ਉਸ ਦੇ ਉੱਤੇ ਲੋਕ ਜਿਹੜੇ ਸਵਾਲ ਉਠਾਉਂਦੇ ਸੀ ਉਸ ਉੱਤੇ ਕਿੰਤੂ ਪਰੰਤੂ ਕੀਤਾ ਜਾਂਦਾ ਸੀ, ਕਿਉਂਕਿ ਇਹ ਕਿਹਾ ਜਾਂਦਾ ਸੀ ਕਿ ਉਸ ਵੱਲੋਂ ਟੈਕਸ ਖਾਧਾ ਗਿਆ ਹੈ। ਇਹ ਵੀ ਲੋਕਾਂ ਦਾ ਕਹਿਣਾ ਸੀ ਕਿ ਜਦ ਕੋਈ ਬੰਦਾ ਹਰਾਮ ਦਾ ਪੈਸਾ ਖਾਂਦਾ ਹੈ, ਟੈਕਸ ਖਾਂਦਾ ਅਤੇ ਲੋਕਾਂ ਨੂੰ ਲੁੱਟ ਖਾਂਦਾ, ਤਾਂ ਉਹਦਾ ਢਿੱਡ ਵੱਧ ਜਾਂਦਾ ਹੈ। ਸੋ ਇਸ ਨੂੰ ਲੈ ਕੇ ਹੁਣ ਫਰਾਂਸ ਦੇ ਇਹ ਸਕੂਲ ਵੱਲੋਂ ਇੱਕ ਸਰਵੇ ਕੀਤਾ ਗਿਆ। ਸਰਵੇ ਦੇ ਮੁਤਾਬਿਕ ਇਹ ਸਾਬਿਤ ਹੋ ਗਿਆ ਕਿ ਜਿੰਨੇ ਵੱਡੇ ਢਿੱਡ ਓਨੇ ਹੀ ਉਹ ਲੋਕ ਕਰਪਟ। ਸੋ ਇਸ ਮੁਤਾਬਿਕ ਤਾਂ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰ ਲਈਏ ਤਾਂ ਸਾਡੇ ਮੰਤਰੀਆਂ ਦੇ ਢਿੱਡ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ, ਕਿਉਂਕਿ ਇਸ 'ਚ ਗੱਲ ਲੁਕੀ ਹੋਈ ਨਹੀਂ ਹੈ। ਚਾਹੇ ਉਹ ਚਾਰਾ ਘੁਟਾਲਾ ਹੋਵੇ, ਚਾਹੇ ਉਹ ਪੇਪਰ ਘੁਟਾਲਾ ਹੋਵੇ, ਚਾਹੇ ਉਹ ਕੋਈ ਹੋਰ ਸਕੈਮ ਹੋਵੇ, ਜਿਹੜੇ ਵੀ ਅਸੀਂ ਇਸ ਸਮੇਂ ਦੇਸ਼ ਦੇ ਘੁਟਾਲੇ ਦੇਖੇ ਨੇ ਉਹਨਾਂ ਦੇ ਵਿੱਚ ਕੁਝ ਮੰਤਰੀ ਐਸੇ ਸੀ ਕਿ ਜਿੰਨੇ ਵੱਡੇ ਢਿੱਡ ਓਨੇ ਹੀ ਉਹ ਕਰਪਟ। ਸੋ ਅੱਜ ਇਸੇ ਸਰਵੇ ਨੂੰ ਲੈ ਕੇ ਗੱਲ ਕਰਾਂਗੇ, ਜਾਣਾਂਗੇ ਕਿ ਇਹ ਸਰਵੇ ਕਿੰਨਾ ਕੁ ਸਹੀ ਸਾਬਿਤ ਹੁੰਦਾ ਹੈ। ਕੇਵਲ ਇਹ ਮੰਤਰੀਆਂ ਦਾ ਸਰਵੇ ਆ, ਹਾਲਾਂਕਿ ਜੇ ਹੀ ਸਰਵੇ ਅਫਸਰਾਂ ਦਾ ਆਉਂਦਾ ਕਈਆਂ ਦਾ ਤਾਂ ਤੁਸੀਂ ਹੋਰ ਵੀ ਹੈਰਾਨ ਹੋ ਜਾਣਾ ਸੀ। ਪਰ ਜੋ ਸਰਵੇ ਸਾਡੇ ਸਾਹਮਣੇ ਆਇਆ ਅਸੀਂ ਉਸ ਨੂੰ ਲੈ ਕੇ ਗੱਲ ਕਰਾਂਗੇ। ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰਵੇਸ਼। ਉਹ ਚੱਲਦੇ ਹਾਂ ਪ੍ਰਵੇਸ਼ ਨਾਲ ਗੱਲ ਕਰਦੇ ਹਾਂ, ਜਿਨ੍ਹਾਂ ਕੋਲ ਪੂਰੀ ਡਿਟੇਲ ਆ ਇਸ ਨੂੰ ਲੈ ਕੇ ਕਿ ਕਿਹੜੇ ਮੰਤਰੀਆਂ ਨੇ ਕੀ ਘੁਟਾਲੇ ਕਰਤੇ, ਕਿ ਜਿਨ੍ਹਾਂ ਦੇ ਜਿੱਡੇ ਵੱਡੇ ਢਿੱਡ ਹੋਏ ਓਡੇ ਹੀ ਵੱਡੇ ਘੁਟਾਲੇ ਅਤੇ ਓਨਾ ਹੀ ਉਹ ਦੇਸ਼ ਕਰਪਟ ਕਰਕੇ ਰੱਖ ਦਿੱਤਾ ਹੈ। ਸੋ ਪ੍ਰਵੇਸ਼ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜ ਚੁੱਕਿਆ। ਪ੍ਰਵੇਸ਼, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਪ੍ਰਵੇਸ਼, ਇੱਕ ਸਰਵੇ ਹੋਇਆ ਜਿਹੜਾ ਕਿ ਸਰਵੇ ਫਰਾਂਸ ਦੇ ਇੱਕ ਬਿਜ਼ਨਸ ਸਕੂਲ ਵੱਲੋਂ ਕੀਤਾ ਗਿਆ ਆ। ਉਸ ਦੇ ਵਿੱਚ ਇਹ ਸਾਹਮਣੇ ਗੱਲ ਆਉਂਦੀ ਆ ਕਿ ਜਿੰਨੇ ਮੰਤਰੀ ਢਿੱਡਲ ਹੁੰਦੇ ਨੇ ਉਹਨਾਂ ਦੇਸ਼ ਭ੍ਰਿਸ਼ਟਾਚਾਰੀ ਹੁੰਦਾ ਹੈ, ਉਹਨਾਂ ਦੇਸ਼ ਦੇ ਵਿੱਚ ਕਰਪਸ਼ਨ ਹੁੰਦੀ ਹੈ। ਕਿੰਨੇ ਕੁ ਸਹਿਮਤ ਹੋ ਇਸ ਗੱਲ ਨੂੰ ਲੈ ਕੇ? ਬਿਲਕੁਲ ਜਸਪ੍ਰੀਤ ਜੀ, ਇੱਕ ਦਿਲਚਸਪ ਸਰਵੇ ਹੁੰਦਾ ਹੈ ਜਿਹਦੇ 'ਚ ਮੰਤਰੀਆਂ ਦੇ ਭਾਰ ਤੋਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜੇ ਦੇਸ਼ 'ਚ ਕਿੰਨਾ ਭ੍ਰਿਸ਼ਟਾਚਾਰ ਹੈ। ਉਹ ਇਹ ਦੇਖ ਕੇ ਪਤਾ ਲਗਾਉਂਦੇ ਹੈ ਕਿ ਜਿਹਦਾ ਜਿੰਨਾ ਢਿੱਡ ਮੰਤਰੀ ਦਾ ਵੱਡਾ ਹੋਊਗਾ ਉਹ ਦੇਸ਼ 'ਚ ਉਨੇ ਭ੍ਰਿਸ਼ਟਾਚਾਰ ਵੱਧ ਹੋਊਗਾ। ਮੈਨੂੰ ਵੀ ਇਹ ਗੱਲ ਸਹੀ ਲੱਗੀ, ਕਿਉਂਕਿ ਜਿਹੜੇ ਨੇ ਹਿਲਜੁਲ ਕਰਨੀ ਨਹੀਂ ਜਾਂ ਆਪਣੇ AC ਤੋਂ ਬਾਹਰ ਹੀ ਨਹੀਂ ਨਿਕਲਣਾ, ਉਹਦਾ ਭਾਰ ਵਧੂਗਾ ਹੀ ਵਧੂਗਾ। ਜਿੰਨਾ ਭਾਰ ਵੱਧਦਾ ਹੈ ਤਾਂ ਇਹਦਾ ਮਤਲਬ ਕਿ ਉਨੇ ਉਹ ਦੇਸ਼ ਦੇ ਲੀਡਰ ਭ੍ਰਿਸ਼ਟ ਨੇ, ਜਿੰਨੇ ਲੀਡਰਾਂ ਦੇ ਢਿੱਡ ਬਾਹਰ ਨੇ। ਜੇਕਰ ਆਪਾਂ ਜਸਟਿਨ ਟਰੂਡੋ ਦੀ ਗੱਲ ਕਰ ਲਈਏ ਜਾਂ ਹੋਰ ਵੱਡੇ ਮੰਤਰੀਆਂ ਦੀ ਗੱਲ ਕਰ ਲਈਏ ਜਾਂ ਪ੍ਰਾਈਮ ਮਿਨਿਸਟਰਸ ਦੀ ਗੱਲ ਕਰ ਲਈਏ ਤਾਂ ਉਹ ਫਿੱਟ ਰਹਿੰਦੇ ਹੈ, ਕਿਉਂਕਿ ਉਹਨਾਂ ਦਾ ਤੁਰਨ ਫਿਰਨ ਦਾ ਦਾਇਰਾ ਬਹੁਤ ਵੱਡਾ ਹੁੰਦਾ ਹੈ। ਜਿਹੜੇ ਨੇ ਆਪਣੇ ਏਸੀਆਂ ਤੋਂ ਬਾਹਰ ਹੀ ਨਿਕਲਣਾ, ਜਨਤਾ ਦਾ ਹਾਲ ਹੀ ਨਹੀਂ ਪੁੱਛਣਾ, ਤਾਂ ਉਹਨਾਂ ਦੇ ਭਾਰ ਵਧਣਗੇ। ਬਿਲਕੁਲ ਇੱਥੇ ਮੈਂ ਇਹੀ ਦੱਸਣਾ ਚਾਹੂੰਗਾ ਕਿ ਇਹ ਦਰਸਾਉਂਦਾ ਕਿ ਸਰਕਾਰ ਜਿੰਨੀ ਭਾਰੀ ਹੈ ਉਹ ਦੇਸ਼ ਵਿੱਚ ਉਨੀ ਜ਼ਿਆਦਾ ਭ੍ਰਿਸ਼ਟਾਚਾਰ ਹੈ। ਕਰਪਸ਼ਨ। ਬਲਾਵਸਕੀ ਨੇ 300 ਕੈਬਨਿਟ ਮੰਤਰੀਆਂ ਦੀ BMI ਦਾ ਅਨੁਮਾਨ ਕੀਤਾ ਅਤੇ ਉਹਦੇ 'ਚ ਵਿਸ਼ਵ ਬੈਂਕ ਅਤੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਅੰਕੜਿਆਂ ਨਾਲ ਮੇਲ ਕੀਤਾ ਗਿਆ, ਜਿਹਦੇ ਤੋਂ ਇਹ ਪਤਾ ਲੱਗਿਆ ਕਿ ਕਿਹੜੇ ਦੇਸ਼ ਕਿੰਨੇ ਭ੍ਰਿਸ਼ਟਾਚਾਰ ਨੇ। ਉਹ ਇਹ ਜੋ ਸਰਵੇ ਕੀਤਾ ਗਿਆ, ਸਰਵੇ ਵੀ ਸਹੀ ਸਾਬਿਤ ਹੋਇਆ ਕਿ ਜਿਹਦੇ ਦੇਸ਼ ਦੇ ਵਿੱਚ ਜਿੰਨੇ ਭਾਰੇ ਲੀਡਰ ਨੇ ਉਨੀ ਉਹ ਦੇਸ਼ 'ਚ ਭ੍ਰਿਸ਼ਟਾਚਾਰ। ਕਿਉਂਕਿ ਇਹ ਕਿਹਾ ਜਾਂਦਾ ਨਾ ਵੀ ਜਿਹੜੇ ਟੈਕਸ ਨੇ ਉਹ ਟੈਕਸ ਜਿਹੜੇ ਚੋਰੀ ਕਰਨਗੇ ਉੱਥੇ ਉਹ ਮੰਤਰੀ ਆਪਣੇ ਢਿੱਡ ਭਰਨਗੇ ਤਾਂ ਮੋਟੇ ਹੋਣਗੇ ਹੀ ਹੋਣਗੇ, ਕਿਉਂਕਿ ਉਹਨਾਂ ਨੇ ਕੰਮ ਕੋਈ ਕਰਨਾ ਨਹੀਂ, ਉਹਨਾਂ ਨੇ ਕੇਵਲ ਢਿੱਡ ਭਰਨੇ ਨੇ। ਸੋ ਇਸ ਨੂੰ ਲੈ ਕੇ ਸਰਵੇ ਕੀਤਾ ਗਿਆ ਸੀ। ਉੱਥੇ ਹੀ
ਪਹਿਲਾਂ ਵੀ ਮੈਂ ਜਿਵੇਂ ਦੱਸਿਆ ਕਿ ਸਰਵੇ ਲੋੜ ਤਾਂ ਪਈ ਸੀ, ਇਹ ਫਾਰਮੂਲਾ ਦੱਖਣੀ ਇੰਗਲੈਂਡ ਦੇ ਵਿੱਚ ਵਰਤਿਆ ਜਾਂਦਾ ਸੀ। ਉੱਥੋਂ ਇਸ ਫਾਰਮੂਲੇ ਦੀ ਜਿਹੜੀ ਇੱਕ ਸ਼ੁਰੂਆਤ ਹੋਈ ਸੀ, ਕਿਉਂਕਿ ਲੋਕਾਂ ਦੇ ਸਾਹਮਣੇ ਮੰਤਰੀਆਂ ਨੂੰ ਖੜਾਇਆ ਜਾਂਦਾ ਸੀ, ਮੇਅਰਜ਼, ਕੈਬਨਿਟ ਮਿਨਿਸਟਰ, ਕਾਉਂਸਲਰ ਸਾਰਿਆਂ ਨੂੰ ਲਿਆਂਦਾ ਜਾਂਦਾ ਸੀ, ਉਹਨਾਂ ਦਾ ਵੇਟ ਕੀਤਾ ਜਾਂਦਾ ਸੀ, ਉਹਨਾਂ ਦੀ ਮੇਅਰਮੈਂਟ ਕੀਤੀ ਜਾਂਦੀ ਸੀ। ਜਿਹਦਾ ਜ਼ਿਆਦਾ ਵਜਨ ਵਧਿਆ ਮਿਲਦਾ ਸੀ, ਲੋਕ ਉਹਨੂੰ ਸਵਾਲ ਵੀ ਪੁੱਛਦੇ ਸੀ, ਉਹਦਾ ਮਜ਼ਾਕ ਵੀ ਉਡਾਉਂਦੇ ਸੀ। ਇਹ ਕਹਿ ਦਿੱਤਾ ਜਾਂਦਾ ਸੀ ਕਿ ਵੀ ਲੈ ਵੀ ਇਹ ਬੰਦੇ ਨੇ ਉਹਨਾਂ ਟੈਕਸ ਖਾ ਲਿਆ। ਇਸ ਕਰਕੇ ਕਿਹਾ ਜਾਂਦਾ ਸੀ ਵੀ ਜਿੰਨੇ ਵੱਡੇ ਢਿੱਡ ਉਨੇ ਹੀ ਉਹ ਕਰਪਟ। ਬਿਲਕੁਲ ਜਸਪ੍ਰੀਤ ਜੀ, ਕਿਉਂਕਿ ਜੇਕਰ ਆਪਾਂ ਗੱਲ ਕਰੀਏ ਜਿਹੜੇ ਦੇਸ਼ ਦੇ ਵਿੱਚ ਇਹ ਵੀ ਇੱਕ ਮੈਜ਼ਰਮੈਂਟ ਕਰਨ ਦਾ ਇੱਕ ਤਰੀਕਾ ਹੈ ਕਿ ਜਿਹੜੇ ਦੇਸ਼ ਦੇ ਵਿੱਚ ਜਿੰਨੀ ਜ਼ਿਆਦਾ ਗਰੀਬੀ ਉਨੀ ਜ਼ਿਆਦਾ ਭ੍ਰਿਸ਼ਟਾਚਾਰੀ, ਜੇਕਰ ਅਸੀਂ ਗੱਲ ਭਾਰਤ ਦੀ ਕਰ ਲਈਏ ਜਾਂ ਪਾਕਿਸਤਾਨ ਦੀ ਕਰ ਲਈਏ, ਕਿਉਂਕਿ ਭ੍ਰਿਸ਼ਟਾਚਾਰੀ ਉੱਥੇ ਦੇਖਣ ਨੂੰ ਮਿਲਦੀ ਹੈ ਜਿੱਥੇ ਉਹਨਾਂ ਦੀਆਂ ਲੋੜਾਂ ਨਾ ਪੂਰੀਆਂ ਹੋਣ। ਲੋੜਾਂ ਪੂਰੀਆਂ ਕਰਨ ਲਈ ਇੱਕ ਆਸਾਨ ਤਰੀਕਾ ਵਰਤਦੇ ਜਿਹਦਾ ਕਿ ਭ੍ਰਿਸ਼ਟਾਚਾਰੀ ਹੁੰਦੀ ਹੈ ਜਾਂ ਚੋਰੀ ਦੇ ਟੈਕਸ ਲੈਣੇ ਹੁੰਦੇ, ਚਾਹੇ ਉਹ ਸਰਕਾਰੀ ਮੁਲਾਜ਼ਮ ਹੋਣ ਜਾਂ ਸਰਕਾਰੀ ਮੰਤਰੀ ਹੋਣ, ਤਾਂ ਉਹ ਇੱਕ ਤਰ੍ਹਾਂ ਦੀ ਕੁੰਡੀ ਲਾਉਣ ਲੱਗ ਜਾਂਦੇ। ਜਦੋਂ ਉਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਤਾਂ ਇੱਕ ਸ਼ਾਰਟਕਟ ਤਰੀਕਾ ਭ੍ਰਿਸ਼ਟਾਚਾਰੀ ਈਜ਼ੀ ਵੇ ਲੱਗਦਾ ਹੈ ਵੀ ਇਸ ਤਰੀਕੇ ਨਾਲ ਪੈਸੇ ਬੜੇ ਜਲਦੀ ਆਉਣਗੇ। ਕਿਉਂਕਿ ਆਪਾਂ ਆਮ ਦੇਖਿਆ ਹੈ ਕਿ ਕੋਈ ਵੀ ਫਾਈਲ ਵੀ ਇੱਕ ਦੋ ਅੱਗੇ ਕਰਨੀ ਆ ਤਾਂ ਉਹਦੇ ਵਿੱਚ ਜਿਹੜਾ ਵਜਨ ਮੰਗਦੇ ਨੇ ਫਾਈਲ ਦਾ, ਚਾਹੇ ਟੇਬਲ ਦੇ ਉੱਪਰੋਂ ਦੇ ਦਿਓ ਫਾਈਲ 'ਚ ਰੱਖ ਕੇ, ਜੇ ਫਾਈਲ ਦੇ ਵਿੱਚ ਨਹੀਂ ਰੱਖ ਕੇ ਦੇਣਾ ਫਿਰ ਟੇਬਲ ਦੇ ਥੱਲੇ ਦੇ ਦਿਓ। ਬਿਲਕੁਲ ਜਸਪ੍ਰੀਤ ਜੀ, ਜੇਕਰ ਆਪਾਂ ਅੰਡਰ ਟੇਬਲ ਪੇਮੈਂਟ ਹੁੰਦੀ ਆ, ਅੰਡਰ ਦਾ ਟੇਬਲ। ਬਿਲਕੁਲ। ਤੇ ਇੱਥੇ ਇੱਕ ਪੈਰਿਸ ਦਾ ਵਕੀਲ ਦਾ ਇਹ ਕਹਿਣਾ ਕਿ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਫੈਲੇ ਹੋਏ ਪ੍ਰਦੂਸ਼ਣ ਵਾਂਗੂ ਹੁੰਦਾ ਹੈ ਕਿ ਜਿਹਦਾ ਗਲਾ ਘੁੱਟਦਾ ਉੱਥੇ ਦੇ ਰਹਿਣ ਵਾਲੇ ਲੋਕਾਂ ਦੀ ਗਲਾ ਘੁੱਟਦਾ। ਜੇਕਰ ਪ੍ਰਦੂਸ਼ਣ ਇੱਕ ਦੇਸ਼ ਦੇ ਵਿੱਚ ਆ ਤਾਂ ਉਹਦੇ ਅੰਦਰਲੇ ਲੋਕਾਂ ਦੀ ਗਲਾ ਘੁੱਟੂਗਾ, ਤੇ ਜਦੋਂ ਇਹੀ ਭ੍ਰਿਸ਼ਟਾਚਾਰ ਇੱਕ ਦੇਸ਼ ਦੇ ਅੰਦਰ ਹੁੰਦਾ ਤਾਂ ਉਹਦੇ ਅੰਦਰਲੇ ਲੋਕਾਂ ਦੀ ਇਹ ਗਲਾ ਘੁੱਟਦਾ। ਤਾਂ ਫਿਰ ਇੱਥੇ ਇਹ ਗੱਲ ਵੀ ਦੱਸਣੀ ਮੈਂ ਲਾਜ਼ਮੀ ਚਾਹੂੰਗਾ ਕਿ ਭ੍ਰਿਸ਼ਟਾਚਾਰ ਦੇ ਕਾਰਨ ਕੀ ਹੋ ਜਾਂਦੇ ਆ, ਲੋਕ ਭ੍ਰਿਸ਼ਟਾਚਾਰੀ ਕਰਦੇ ਕਿਉਂ ਹੈ, ਲੋਕ ਇਮਾਨਦਾਰ ਹੋਣ ਦੀ ਬਜਾਏ ਬੇਈਮਾਨੀ ਦਾ ਹੀ ਰਾਸਤਾ ਕਿਉਂ ਚੁਣਦੇ? ਕਿਉਂਕਿ ਵੱਡੀ ਗੱਲ ਹੈ, ਕਿਉਂਕਿ ਅਸੀਂ ਦੇਖਦੇ ਹਾਂ ਵੀ ਬਹੁਤ ਲੋਕ ਜਿਹੜੇ ਚੰਗੇ ਵੀ ਨੇ, ਇਮਾਨਦਾਰੀ ਨਾਲ ਕੰਮ ਵੀ ਕਰਨਾ ਚਾਹੁੰਦੇ ਨੇ, ਪਰ ਉਹਨਾਂ ਨੂੰ ਖੁੱਡੇ ਲਾਈਨ ਕਿਉਂ ਲਾ ਦਿੱਤਾ ਜਾਂਦਾ, ਉਹਨਾਂ ਨੂੰ ਸਾਈਡ ਕਿਉਂ ਕੀਤਾ ਜਾਂਦਾ, ਜਾਂ ਅਗਲੀ ਵਾਰ ਉਹਨਾਂ ਨੂੰ ਚੇਨ ਦੇ ਵਿੱਚ ਫਸਣ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂਕਿ ਇੱਕ ਇਹ ਕਹਿੰਦਾ ਵੀ ਇੱਕ ਕੜੀ ਜਿਵੇਂ ਚੇਨ ਪੂਰੀ ਖਰਾਬ ਕਰ ਦਿੰਦੀ ਆ ਨਾ, ਤਾਂ ਫਿਰ ਸ਼ਾਇਦ ਇਹੀ ਗੱਲ ਹੁੰਦੀ ਹੈ ਵੀ ਇੱਕ ਚੰਗਾ ਬੰਦਾ ਵੀ ਜਦ ਮਾੜਿਆਂ 'ਚ ਆ ਕੇ ਖੜਦਾ ਤਾਂ ਉਹ ਪੂਰੀ ਉਹਨਾਂ ਦੀ ਕੜੀ ਖਰਾਬ ਹੋ ਜਾਂਦੀ ਹੈ, ਸਰਕਲ ਹਿੱਲ ਜਾਂਦਾ ਪੈਸੇ ਲੈਣ ਦੇਣ ਦਾ। ਇਸ ਕਰਕੇ ਉਹਨੂੰ ਜ਼ਿਆਦਾ ਕੱਢ ਦਿੱਤਾ ਜਾਂਦਾ ਜਾਂ ਲਾਈਨ ਤੇ ਸਾਈਡ ਤੇ ਕਰ ਦਿੱਤਾ ਜਾਂਦਾ। ਬਿਲਕੁਲ ਜਸਪ੍ਰੀਤ ਜੀ, ਇਹਦੇ 'ਚ ਇੱਥੇ ਮੈਂ ਇੱਕ ਐਗਜ਼ਾਮਪਲ ਰੱਖਣੀ ਚਾਹੂੰਗਾ ਕਿ ਇੱਕ ਜੋ ਆਦਮੀ ਹੈ ਉਹ ਝੂਠ ਹੈ ਤੇ ਉਹਨੂੰ ਸਜ਼ਾ ਹੋਣ ਜਾ ਰਹੀ ਹੈ। ਜੇਕਰ ਉਹ ਵਕੀਲ ਨੂੰ ਕੁਝ ਜ਼ਿਆਦਾ ਪੈਸੇ ਦੇ ਦਿੰਦਾ ਜਾਂ ਆਪਣੇ ਗਵਾਹ ਖਰੀਦ ਲੈਂਦਾ ਤਾਂ ਇੱਥੇ ਭ੍ਰਿਸ਼ਟਾਚਾਰੀ ਦੀ ਮਿਸਾਲ ਦੇਖਣ ਨੂੰ ਮਿਲਦੀ ਹੈ। ਜੇਕਰ ਉਹ ਉਹਨਾਂ ਨੂੰ ਪੈਸੇ ਨਾ ਦੇਵੇ, ਜੋ ਬਣਦੀ ਕਾਰਵਾਈ ਉਹ ਆਪਦੇ ਉੱਤੇ ਹੋਣ ਦੇਵੇ, ਤਾਂ ਉਹ ਇੱਕ ਤਰ੍ਹਾਂ ਦੀ ਉਹਦੇ ਉੱਤੇ ਕਾਰਵਾਈ ਹੋ ਸਕਦੀ ਹੈ, ਉਹਨੂੰ ਜੇਲ੍ਹ ਹੋ ਸਕਦੀ ਹੈ। ਜੇਕਰ ਉਹੀ ਉਹ ਪੈਸੇ ਖਵਾ ਦੂਗਾ ਜਾਂ ਆਪਣੇ ਗਵਾਹ ਜੋ ਨਕਲੀ ਖਰੀਦਣ ਦੇ ਤੌਰ ਤੇ ਹੋਵੇ ਤਾਂ ਉਹ ਸਜ਼ਾ ਤੋਂ ਬਚ ਜਾਂਦਾ। ਇਹ ਇੱਕ ਜੋ ਅਸੀਂ ਉਦਾਹਰਨ ਦਿੱਤੀ ਹੈ ਕਿ ਇਹ ਇੱਕ ਭ੍ਰਿਸ਼ਟਾਚਾਰੀ ਦੀ ਮਿਸਾਲ ਹੈ ਕਿ ਉਹ ਭ੍ਰਿਸ਼ਟਾਚਾਰੀ ਕਿਵੇਂ ਕੰਮ ਕਰਦੀ ਹੈ। ਤੇ ਫਿਰ ਇੱਥੇ ਗੱਲ ਆਉਂਦੀ ਹੈ ਕਿ ਜੇਕਰ ਕੋਈ ਭ੍ਰਿਸ਼ਟ ਆਦਮੀ, ਕੋਈ ਇੱਕ ਬੰਦਾ ਸਹੀ ਹੈ ਜਾਂ ਇੱਕ ਬੰਦਾ ਗਲਤ ਹੈ, ਜੇ ਕੋਈ ਗਲਤ, ਜਦੋਂ ਜ਼ਿਆਦਾ ਲੋਕ ਗਲਤ ਹੋਣਗੇ ਤਾਂ ਸਹੀ ਨੂੰ ਦਬਾ ਲੈਣਗੇ। ਜੇਕਰ ਕੋਈ ਸਹੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ ਤਾਂ ਉਹਦੀ ਆਵਾਜ਼ ਦੱਬ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਇਨਸਾਫ ਨਹੀਂ ਹੁੰਦਾ। ਤਾਂ ਹੋਰ ਵੀ ਕੋਈ ਲੋਕ ਨੇ ਜੋ ਸੱਚ ਬੋਲਣ ਦੀ, ਭ੍ਰਿਸ਼ਟਾਚਾਰ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਦਾ। ਇਹ ਕੁਝ ਕਾਰਨ ਨੇ ਜਿਹਦੇ ਨਾਲ ਭ੍ਰਿਸ਼ਟਾਚਾਰੀ ਵੱਧ ਰਹੀ ਹੈ ਇਹ ਸਾਡੇ ਦੇਸ਼ਾਂ ਦੇ ਵਿੱਚ। ਪ੍ਰਵੇਸ਼, ਸਭ ਤੋਂ ਵੱਡੀ ਜੇ ਗੱਲ ਕਰੀਏ, ਬਾਕੀ ਦੇਸ਼ਾਂ ਦੀ ਆਪਾਂ ਗੱਲ ਕਰ ਰਹੇ ਹਾਂ, ਪਰ ਆਪਣੇ ਦੇਸ਼ ਦੇ ਵੱਲ ਜਿਹੜਾ ਆਪਾਂ ਜੇ ਝਾਤ ਮਾਰੀਏ ਤਾਂ ਇਹ ਗੱਲ ਕਿਤੇ ਨਾ ਕਿਤੇ ਸਾਬਿਤ ਹੁੰਦੀ ਆ, ਕਿਉਂਕਿ 3G ਸਕੈਮ ਲਾ ਲਓ ਜਾਂ ਚਾਰਾ ਲਾ ਲਓ ਜਾਂ ਹੋਰ ਬਹੁਤ ਸਾਰੇ ਸਕੈਮ ਜਿਹੜੇ ਸਾਡੇ ਇੱਥੇ ਹੋਏ ਨੇ, ਹਨਾ, ਉਹਨਾਂ ਨੂੰ ਲੈ ਕੇ ਜਿਹੜੇ ਗੱਲ ਕਰਦੇ ਹੋ ਤੁਸੀਂ, ਉਸ ਨੂੰ ਕਿਸ ਐਂਗਲ ਨਾਲ ਦੇਖਦੇ ਹੋ? ਕਿਉਂਕਿ ਉੱਥੇ ਵੀ ਕਈ ਐਸੇ ਸਾਡੇ ਮੰਤਰੀ ਸਾਹਮਣੇ ਆਏ ਨੇ ਕਿ ਜਿੰਨੇ ਵੱਡੇ ਢਿੱਡ ਉਨੇ ਹੀ ਉਹ ਕਰਪਟ। ਬਿਲਕੁਲ ਜਸਪ੍ਰੀਤ ਜੀ, ਇਹ ਗੱਲਾਂ ਕਿਸੇ ਤੋਂ ਲੁਕੀਆਂ ਨਹੀਂ ਹੈਗੀਆਂ, ਕਿਉਂਕਿ ਮੀਡੀਆ ਸਾਹਮਣੇ ਇਹ ਗੱਲਾਂ ਮੀਡੀਆ ਅੱਗੇ ਰੱਖਦਾ ਹੈ ਕਿ ਕਿਹਦੇ ਨਾਮ ਨੇ। ਉਹ ਸਭ ਨੂੰ ਪਤਾ ਹੈ ਕਿ ਵੱਡੇ ਲੀਡਰਾਂ ਦੇ ਭਾਈ ਭਤੀਜਾਵਾਦ ਦਾ ਮੁਨਾਫਾ ਉਹ ਕਮਾ ਲੈਂਦੇ ਆ। ਵੱਡੇ ਲੀਡਰਾਂ ਨਾਲ ਸੰਬੰਧ ਰੱਖ ਕੇ ਉਹ, ਜੇਕਰ ਆਪਾਂ ਰੋਬਰਟ ਵਾਡਰਾ ਦੀ ਗੱਲ ਕੀਤੀ ਤਾਂ ਉਹਦਾ ਨਾਮ ਵੀ ਸਕੈਮ ਦੇ ਨਾਲ ਜੋੜਿਆ ਜਾਂਦਾ ਹੈ, ਤੇ ਲਾਲੂ ਪ੍ਰਸਾਦ ਯਾਦਵ ਹੋਣ, ਉਹਨਾਂ ਦਾ ਨਾਮ ਵੀ ਚਾਰੇ ਦੇ ਵਿੱਚ ਆਉਂਦਾ ਹੈ। ਤਾਂ ਫਿਰ ਉੱਥੇ ਉਹ ਆਪਣਾ ਲੋਕਾਂ ਵੱਲੋਂ ਦਿੱਤੀ ਹੋਈ ਪਾਵਰ ਦਾ ਨਜਾਇਜ਼ ਫਾਇਦਾ ਚੱਕਦੇ ਹੈ, ਜਿਹੜਾ ਕਿ ਉਹ ਭ੍ਰਿਸ਼ਟ ਬਣਦੇ ਹੈ। ਕਿਉਂਕਿ ਜੇਕਰ ਆਪਾਂ ਗੱਲ ਕਰੀਏ, ਇਹ ਲੀਡਰ ਇਹ ਤਾਂ ਹੈ ਨਹੀਂ, ਜਾਂ ਹੋਰ ਲੋਕ ਤਾਂ ਇਹ ਹੈ ਨਹੀਂ ਕਿ ਅਸਮਾਨ ਤੋਂ ਡਿੱਗੇ ਹੋਏ ਆ, ਕਿ ਉਹਨਾਂ ਦੇ ਅੰਦਰ ਭ੍ਰਿਸ਼ਟਾਵਾਦ
ਪੈਦਾ ਹੋ ਗਿਆ। ਜਦੋਂ ਇਹ ਸਮਾਜ ਦੇ ਵਿੱਚ ਜੰਮਦੇ ਇਹ ਸਾਰਾ ਕੁਝ ਸਾਡੇ ਸਮਾਜ ਤੋਂ ਹੀ ਸਿੱਖਦੇ ਤੇ ਉਹੀ ਫਿਰ ਸਮਾਜ ਤੋਂ ਜੋ ਪਰ ਸਿੱਖਿਆ ਮੈਨੂੰ ਹੁੰਦਾ ਲੱਗਦਾ ਪ੍ਰਵੇਸ਼ ਇਹ ਸਮਾਜ ਤੋਂ ਸਿੱਖਿਆ ਜਿਵੇਂ ਤੁਸੀਂ ਕਹਿੰਦੇ ਉਹੀ ਅਪਲਾਈ ਕਰਦੇ ਆ, ਕਿਉਂਕਿ ਇਹ ਸ਼ੁਰੂਆਤ ਇੱਥੇ ਇਦਾਂ ਹੋ ਜਾਂਦੀ ਹੈ ਜਦੋਂ ਇਲੈਕਸ਼ਨ 'ਚ ਖੜੇ ਹੁੰਦੇ ਆ ਨਾ ਤਾਂ ਉਹਨਾਂ ਨੂੰ ਆਪਣੀ ਵੋਟ ਲੈਣ ਵਾਸਤੇ ਪੇ ਕਰਨਾ ਪੈਂਦਾ ਹੈ। ਸਾਡੇ ਲੋਕ ਉਹਨਾਂ ਨੂੰ ਖਰੀਦਦੇ ਨੇ ਵੀ ਲਿਓ ਜੀ ਅਸੀਂ ਸਾਨੂੰ ਖਰੀਦੋ, ਸਾਨੂੰ ਪੈਸਾ ਦਿਓ, ਫਿਰ ਅਸੀਂ ਤੁਹਾਨੂੰ ਵੋਟ ਪਾਵਾਂਗੇ। ਪਰ ਜਦੋਂ ਇੰਨਾ ਪੈਸਾ ਖਰਚ ਕੇ ਮੰਤਰੀ ਬਣਦਾ ਫਿਰ ਉਹਨੂੰ ਇਹੀ ਲਾਲਚ ਹੋ ਜਾਂਦਾ ਵੀ ਮੈਂ ਤਾਂ ਪੈਸੇ ਦੇ ਕੇ ਵੋਟ ਖਰੀਦੀ ਆ, ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਖਰੀਦੂੰਗਾ ਵੀ ਕਿਸ ਤਰੀਕੇ ਨਾਲ ਕੰਮ ਹੁੰਦਾ। ਫਿਰ ਉਹ ਪੈਸੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ। ਸਿਸਟਮ ਤਾਂ ਅਸੀਂ ਵਿਗਾੜਦੇ ਆ ਨਾ, ਸ਼ੁਰੂ ਅਸੀਂ ਕਰਦੇ ਆ। ਢਿੱਡ ਜਿਹੜੇ ਉਹਨਾਂ ਦੇ ਸਲਿਮ ਹੁੰਦੇ ਨੇ ਉਹਨਾਂ ਨੂੰ ਅਸੀਂ ਭਰਨਾ ਸ਼ੁਰੂ ਕਰਦੇ ਆ। ਜਦ ਅਸੀਂ ਕਿਸੇ ਬੰਦੇ ਨੂੰ ਉਹਦੇ ਹਿੱਸੇ ਦਾ ਖਾਣਾ ਖੋ ਕੇ ਖਾਣਾ ਸ਼ੁਰੂ ਕਰ ਦਾਂਗੇ ਤਾਂ ਉਹਦੀ ਭੁੱਖ ਦੁੱਗਣੀ ਹੋ ਜਾਊਗੀ। ਉਹ ਕਹੂਗਾ ਵੀ ਮੈਂ ਇਸ ਨੂੰ ਹੋਰ ਵਧਾਵਾਂ ਤੇ ਹੋਰ ਖਾਵਾਂ, ਫਿਰ ਉਹ ਬਾਕੀ ਲੁੱਟ ਕੇ ਖਾਊਗਾ, ਫਿਰ ਆਪੇ ਢਿੱਡ ਉਹਦੇ ਵਧਣੇ ਆ, ਆਪੇ ਉਹਨੇ ਭ੍ਰਿਸ਼ਟਾਚਾਰੀ ਹੋਣਾ। ਬਿਲਕੁਲ ਜਸਪ੍ਰੀਤ ਜੀ, ਕਿਉਂਕਿ ਆਦਤ ਅਸੀਂ ਆਪ ਪਾਉਣੇ। ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇੱਕ ਬੱਚਾ ਜਨਮ ਲੈਂਦਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਹਨੇ ਕੀ ਕਰਨਾ ਹੈ ਜਾਂ ਕਿਵੇਂ ਕੁਝ ਕਰਨਾ ਹੈ। ਪੈਦਾਇਸ਼ੀ ਕਰਪਟ ਨਹੀਂ ਹੁੰਦਾ ਕੋਈ, ਪੈਦਾਇਸ਼ੀ ਕਰਪਟ ਨਹੀਂ ਹੁੰਦਾ। ਉਹ ਸਾਡੇ ਸਮਾਜ ਦੇ ਵਿੱਚ ਰਹਿ ਕੇ ਇਹ ਸਭ ਕੁਝ ਸਿੱਖਦਾ ਕਿ ਭ੍ਰਿਸ਼ਟਾਚਾਰ ਕਿਵੇਂ ਹੋਣਾ। ਮੈਂ ਜਦੋਂ ਲੀਡਰ ਬਣਦਾ ਤਾਂ ਲੀਡਰ ਦੇ ਜਦੋਂ ਜਿਵੇਂ ਤੁਸੀਂ ਆਖਿਆ ਕਿ ਉਹ ਪੈਸੇ ਲੈ ਕੇ ਵੋਟਾਂ ਪਵਾ ਲੈਂਦੇ ਆ ਕਿ ਦਾਰੂ ਦੀ ਬੋਤਲ ਦੇ ਦਿੰਦੇ ਆ, ਤਾਂ ਕਿਉਂਕਿ ਉਹਨਾਂ ਨੇ ਇਨਵੈਸਟ ਕਰ ਦਿੱਤਾ ਹੁੰਦਾ ਉਹ ਜਨਤਾ ਦੇ ਵਿੱਚ। ਤਾਂ ਜਦੋਂ ਇਨਵੈਸਟ ਕਰਕੇ ਉਹ ਵੋਟਾਂ ਪਵਾ ਲੈਂਦੇ ਲੋਕਾਂ ਤੋਂ ਤਾਂ ਫਿਰ ਉਹਨਾਂ ਨੇ ਆਪਦੇ ਪੈਸੇ ਵੀ ਕੱਢਣੀ ਹੈ। ਜੇ ਉਹ ਉਨੀ ਰਕਮ ਕੱਢਣ ਜਿੰਨੀ ਗਈ ਹੈ ਇਹ ਤਾਂ ਹੋ ਨਹੀਂ ਸਕਦਾ, ਉਹਨਾਂ ਨੇ ਦੁੱਗਣੀ ਚੌਗਣੀ ਕਰਕੇ ਕੱਢਣੀ ਹੁੰਦੀ ਹੈ ਇਹ ਰਕਮ। ਤਾਂ ਉਹ ਸਾਡੇ ਜਨਤਾ ਦੇ ਵਿੱਚੋਂ ਕੱਢਦੇ। ਇਹਦੇ ਵਿੱਚ ਹੱਥ ਸਾਡਾ ਵੀ ਹੈ, ਕਿਉਂਕਿ ਜਦੋਂ ਅਸੀਂ ਵੋਟ ਪਾਉਂਦੇ ਆ ਤਾਂ ਉਹਦੇ 'ਚ ਸਾਡੇ ਮਨੋਰਥ ਹੁੰਦੇ ਆ। ਸਾਡੇ ਇਹ ਮਨੋਰਥ ਹੁੰਦੇ ਆ ਕਿ ਮੈਂ 500 ਰੁਪਏ ਨੂੰ ਲੈ ਕੇ ਮੁੱਖ ਰੱਖ ਕੇ ਵੋਟ ਪਾਉਣੀ ਹੈ ਜਾਂ 1000 ਰੁਪਏ ਨੂੰ ਆਪਦੀ ਵੋਟ ਵੇਚਣੀ ਹੈ। ਤਾਂ ਅਸੀਂ ਆਪਣੇ ਆਪ ਨਾਲ ਹੀ ਕਿਤੇ ਨਾ ਕਿਤੇ ਇੱਕ ਤਰੀਕਾ ਗਲਤ ਰੁਖ ਅਪਣਾ ਰਹੇ ਹੁੰਦੇ ਆ ਕਿ ਜਦੋਂ ਅਸੀਂ ਆਪਣੇ ਆਪ ਦੀ ਜ਼ਮੀਰ ਮਾਰ ਲੈਂਦੇ ਹਾਂ ਨਾ, ਆਪਣੇ ਆਪ ਨੂੰ 500 ਜਾਂ 1000 ਰੁਪਏ ਪਿੱਛੇ ਵੇਚ ਦਿੰਦੇ, ਕਿਉਂਕਿ ਸਾਡਾ ਇੱਕ ਹੱਕ ਦਿੱਤਾ ਗਿਆ ਹੈ ਤੇ ਜਿਹੜਾ ਸਾਡਾ ਨਿੱਜੀ ਹੱਕ ਹੈ ਕਿ ਸਾਨੂੰ ਵੋਟ ਪਾਉਣੀ, ਜਿਹਦੀ ਇੱਕ ਕੀਮਤ ਹੈ। ਜੇ ਅਸੀਂ ਪ੍ਰਧਾਨ ਮੰਤਰੀ ਬਣਾਉਂਦੇ ਆ, ਅਸੀਂ ਮੁੱਖ ਮੰਤਰੀ ਬਣਾਉਂਦੇ ਆ, ਉਹ ਸਾਡੇ ਹੱਥ ਦੇ ਵਿੱਚ ਪਾਵਰ ਹੈ। ਜੇਕਰ ਅਸੀਂ ਉਹਦਾ ਸਹੀ ਇਸਤੇਮਾਲ ਕਰੀਏ ਤਾਂ ਸਾਨੂੰ ਕੋਈ ਯੂਜ਼ ਨਹੀਂ ਕਰ ਸਕਦਾ। ਤੁਸੀਂ ਇੱਕ ਇਹ ਗੱਲ ਸਾਹਮਣੇ ਆਉਂਦੀ ਹੈ ਇਹਨਾਂ ਢਿੱਡਲਾਂ ਨੂੰ ਲੈ ਕੇ ਜਾਂ ਕਰਪਸ਼ਨ ਨੂੰ ਲੈ ਕੇ ਕਿ ਜਦ ਇਹ ਢਿੱਡਲ ਜਿੰਨੇ ਛੋਟੇ ਇਲੈਕਸ਼ਨ ਲੜਦੇ ਨੇ ਉਹਨਾਂ ਵੱਧ ਪੈਸਾ ਲਾਉਂਦੇ ਨੇ, ਉਹਨਾਂ ਹੀ ਲੋਕਾਂ ਨੂੰ ਖਰੀਦਿਆ ਜਾਂਦਾ, ਫਿਰ ਉਹਨਾਂ ਹੀ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਇੱਕ ਇਹ ਵੀ ਕਿਹਾ ਜਾਂਦਾ ਕਿ ਜਦ ਕਿਸੇ ਵੱਡੇ ਲੈਵਲ ਤੇ ਜਿਵੇਂ MP ਦੀ ਇਲੈਕਸ਼ਨ ਹੋਣੀ ਆ, MP ਦੀ ਇਲੈਕਸ਼ਨ ਵੇਲੇ ਉਹਨਾਂ ਪੈਸਾ ਜਾਂ ਉਨੀ ਇਨਵੈਸਟਮੈਂਟ ਨਹੀਂ ਹੁੰਦੀ ਜਿੰਨੇ ਕਿ MC ਦੀ ਇਲੈਕਸ਼ਨ ਵੇਲੇ ਹੁੰਦੀ ਆ। ਕਿ ਜਿਵੇਂ ਇੱਕ ਸਰਪੰਚ ਦੀ ਚੋਣ ਵੇਲੇ ਹੁੰਦੀ ਹੈ, ਇੱਕ ਪੰਚ ਦੀ ਚੋਣ ਵੇਲੇ ਹੁੰਦੀ ਆ। ਫਿਰ ਜਿਹੜੇ ਬੰਦੇ ਨੇ ਪੈਸਾ ਲਾ ਕੇ ਵੋਟ ਖਰੀਦੀ ਆ ਉਹ ਤਾਂ ਤੁਹਾਨੂੰ ਲੁੱਟ ਕੇ ਖਾਂਦਾ ਹੈ। ਫਿਰ ਅਸੀਂ ਪਛਤਾਉਂਦੇ ਆ ਕਿ ਜਿੰਨੇ ਢਿੱਡਲ ਨੇ ਉਹਨੇ ਕਰਪਟ ਨੇ, ਪਰ ਢਿੱਡਲ ਵੀ ਅਸੀਂ ਬਣਾਉਂਦੇ ਆ, ਅਸੀਂ ਇਹਨਾਂ ਨੂੰ ਖਾਣ ਲਾਉਂਦੇ ਆ। ਅਸੀਂ ਆਵਾਜ਼ ਨਹੀਂ ਬੁਲੰਦ ਕਰਦੇ ਇਹਨਾਂ ਨੂੰ ਲੈ ਕੇ, ਕਦੇ ਵੀ ਅਸੀਂ ਆਵਾਜ਼ ਚੱਕਦੇ ਨਹੀਂ, ਕਿਉਂਕਿ ਜੀ ਉਹਨਾਂ ਨੇ ਸਿਸਟਮ ਉੱਦਾਂ ਬਣਾਇਆ ਹੁੰਦਾ। ਮੈਂ ਜਿਵੇਂ ਦੱਸਿਆ ਕਿ ਚੰਗੀ ਕੜੀ ਨਹੀਂ ਰਹਿਣ ਦਿੰਦੇ। ਮੰਨ ਲਓ ਕਿ ਕਿਸੇ ਇਲਾਕੇ ਦੇ ਵਿੱਚ ਇੱਕ MLA ਆ ਗਿਆ ਆ, ਜਿੱਤ ਕੇ ਆਇਆ, ਉਹ ਕਰਪਟ ਹੈ ਤੇ ਉਹਨੇ ਆਪਣੀ ਟੀਮ ਵੀ ਉਹੋ ਜਿਹੀ ਰੱਖਣੀ ਆ, ਉਹਨੇ ਉਸ ਇਲਾਕੇ ਦਾ SDM ਵੀ ਉਹੋ ਜਿਹਾ ਰੱਖਣਾ, ਇਸ ਇਲਾਕੇ ਦਾ DC ਵੀ ਉਹੋ ਜਿਹਾ ਰੱਖਣਾ ਜਿਹੜੀ ਉਹਦੀ ਸੁਣੇ, ਚਾਹੇ ਉਹ ਕਰਪਟ ਹੋਵੇ ਨਾ ਹੋਵੇ, ਇਹ ਕੋਈ ਲੈਣਾ ਦੇਣਾ ਨਹੀਂ, ਪਰ ਜਿਹੜੀ ਉਹਦੀ ਸੁਣੇ। ਕਿਉਂਕਿ ਉਹਨੂੰ ਪਤਾ ਵੀ ਜਿਹੜਾ ਮੇਰੀ ਸੁਣੂਗਾ ਉਹ ਮੇਰੇ ਬਾਰੇ ਨਹੀਂ ਬੋਲੂਗਾ ਤੇ ਮੈਂ ਆਪਣਾ ਢਿੱਡ ਜਿਵੇਂ ਮਰਜ਼ੀ ਭਰਾਂ, ਜਿੱਥੋਂ ਮਰਜ਼ੀ ਪਰਸੈਂਟੇਜ ਖਾ ਲਾ। ਪਰ ਜਦ ਉਹਨੂੰ ਪਤਾ ਵੀ ਇੱਥੇ ਐਂਟੀ ਇੱਕ ਵੀ ਕੜੀ ਚੰਗੀ ਆ ਕੇ ਜੁੜ ਗਈ ਜਿਹੜੀ ਬੋਲੂਗੀ, ਉਹ ਫਿਰ ਪੈਸਾ ਉੱਪਰੋਂ ਥੱਲੇ ਨਹੀਂ ਜਾਣ ਦੇਊਗੀ ਤੇ ਉਹ ਕੜੀ ਖਰਾਬ ਵੀ ਕਰੂਗੀ। ਇਸ ਕਰਕੇ ਪਹਿਲਾਂ ਹੀ ਇਹ ਸੈਟਿੰਗਾਂ ਹੁੰਦੀਆਂ ਨੇ, ਫਿਰ ਢਿੱਡ ਵਧਾਏ ਜਾਂਦੇ ਨੇ। ਇਹ ਸਕੀਮ ਨਾਲ ਖਾਧਾ ਜਾਂਦਾ ਆ, ਸਿੱਧਾ ਨਹੀਂ ਖਾਧਾ ਜਾਂਦਾ। ਜੇ ਤੁਸੀਂ ਕਹੋ ਵੀ ਕੋਈ ਬੈਠਾ ਹੈ ਬੰਦੂਕ ਲੈ ਕੇ ਤੁਹਾਨੂੰ ਕਹਿ ਦੂਗਾ ਵੀ ਰੁਪਈਏ ਦੇ ਨਹੀਂ ਗੋਲੀ ਮਾਰੂਗਾ, ਇਹ ਨਹੀਂ ਹੁੰਦਾ। ਇਹ ਤਾਂ ਬੰਦੇ ਦੇ ਮੂਹਰੇ ਬੰਦੂਕ ਵੀ ਰੱਖ ਦਿੰਦੇ ਤੇ ਰੁਪਈਏ ਵੀ ਰੱਖ ਦਿੰਦੇ ਨੇ ਵੀ ਜਿਹੜਾ ਕੋਈ ਮਰਜ਼ੀ ਤੂੰ ਚੁਣ ਲਾ, ਚਾਹੇ ਆਪਣੇ ਉਹਨੂੰ ਗੋਲੀ ਮਾਰ ਕੇ ਸਾਨੂੰ ਕੰਮ ਕਰਾ ਦੇ, ਚਾਹੇ ਪੈਸੇ ਦੇ ਕੇ ਕੰਮ ਕਰਾ ਲਾ। ਬਿਲਕੁਲ ਜਸਪ੍ਰੀਤ ਜੀ, ਕਿਉਂਕਿ ਜਿਵੇਂ ਤੁਸੀਂ ਆਖਿਆ ਕਿ ਬੰਦੂਕ ਰੱਖ ਦਿੰਦੇ ਅੱਗੇ, ਤਾਂ ਉਹੀ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਆਪ ਇਹਨਾਂ ਦੇ ਢਿੱਡ ਭਰਦੇ ਹਾਂ। ਐਡੇ ਢਿੱਡ ਇਹਨਾਂ ਦੇ ਪੈਦਾਇਸ਼ੀ ਨਹੀਂ ਹੁੰਦੇ, ਅਸੀਂ ਉਹ ਢਿੱਡ ਭਰਨੇ ਇਹਨਾਂ ਨੂੰ, ਜਿਵੇਂ ਸਪੂਨ ਫੀਡਿੰਗ ਹੁੰਦੀ ਹੈ, ਉਹ ਅਸੀਂ ਆਪ ਦੇਣੀ ਸ਼ੁਰੂ ਕਰਦੇ ਹਾਂ। ਜੇਕਰ ਇੱਕ ਫਾਈਲ ਦੇ ਪ੍ਰੋਸੈਸ ਨੂੰ 1 ਮਹੀਨਾ ਲੱਗਦਾ ਤੇ ਅਸੀਂ ਕੁਝ ਜ਼ਿਆਦਾ ਪੈਸੇ ਦੇ ਦਾਂਗੇ ਤਾਂ ਉੱਪਰ ਤੋਂ ਨੀਚੇ ਤੱਕ ਉਹ ਫਾਈਲ ਪੈਸਿਆਂ ਦੇ ਨਾਲ ਹੀ ਘੁੰਮਦੀ ਜਾਂਦੀ ਹੈ। ਜਿਹੜਾ ਕੰਮ ਮਹੀਨੇ ਦੇ ਨਾਲ ਹੁੰਦਾ, ਇੱਕ ਸਮੇਂ ਦੇ ਨਾਲ ਹੋਣਾ ਹੁੰਦਾ ਹੈ ਨਾ, ਤਾਂ ਉਹ ਰਿਸ਼ਵਤਖੋਰੀ ਜਿੱਥੇ ਕੰਮ ਕਰ ਜਾਂਦੀ ਹੈ ਜਾਂ ਭ੍ਰਿਸ਼ਟਾਚਾਰੀ ਕੰਮ ਕਰ ਜਾਂਦੀ ਹੈ, ਉੱਥੇ ਸਾਡੇ ਜਿਹੜੇ ਸਬੰਧ ਨੇ ਉਹ ਵੀ ਕੰਮ ਕਰਦੇ ਨੇ। ਤਾਂ ਭ੍ਰਿਸ਼ਟਾਚਾਰੀ ਦੇ ਨਾਲ ਭਾਈ ਭਤੀਜਾਵਾਦ ਵੀ ਜ਼ਰੂਰ ਜੁੜਦਾ ਹੈ। ਜੇਕਰ ਆਪਾਂ ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਦਾ ਵੀ, ਜੇਕਰ ਆਪਾਂ ਭਾਰਤੀ ਮੀਡੀਆ ਦੀ ਗੱਲ ਕਰੀਏ, ਬੇਸ਼ੱਕ ਦੀ ਅਸੀਂ ਮੀਡੀਆ ਦੇ ਰਾਹੀਂ ਤੁਹਾਡੇ ਸਾਹਮਣੇ ਗੱਲ ਕਰ ਰਹੇ ਹਾਂ, ਤਾਂ ਪਰ ਇੱਥੇ ਮੀਡੀਆ ਦਾ ਵੀ ਬੜੇ ਰੋਲ ਨੇ ਜੋ ਇੱਕ ਭ੍ਰਿਸ਼ਟਾਚਾਰੀ ਨੂੰ ਠੱਲ ਪਾਉਣ ਦੇ ਲਈ ਇਹ ਸਾਬਿਤ ਕਾਰਗਰ ਹੋ ਸਕਦਾ ਹੈ, ਪਰ ਨਹੀਂ ਹੋ ਰਿਹਾ। ਬਿਲਕੁਲ, ਕਿਉਂਕਿ ਇਹ ਇੱਕ ਸਿਆਸਤਦਾਨਾਂ ਦੇ ਹੱਥਾਂ ਦੇ ਵਿੱਚ ਮੀਡੀਆ ਚੜਿਆ ਹੋਇਆ। ਇਹਨੇ ਗੱਲ ਉਹੀ ਕਰਨੀ ਹੈ, ਕਿਉਂਕਿ ਲੀਡਰ ਨਹੀਂ ਅਸੀਂ ਇਕੱਲੇ ਕਹਿ ਸਕਦੇ ਜਾਂ ਇਕੱਲੇ ਅਫਸਰ ਨਹੀਂ ਕਹਿ ਸਕਦੇ ਸਰਕਾਰੀ,
ਜੋ ਮੀਡੀਆ ਹੈ ਉਹ ਵੀ ਕਿਤੇ ਨਾ ਕਿਤੇ ਭ੍ਰਿਸ਼ਟ ਹੋਇਆ ਕਿਉਂਕਿ ਇਹਨਾਂ ਨੂੰ ਵੀ ਪੈਸੇ ਚੜੇ ਹੁੰਦੇ ਆ ਤੇ ਇਹਨਾਂ ਨੇ ਤੂਤੀ ਉਹੀ ਬੋਲਣੀ ਹੁੰਦੀ ਹੈ, ਬੋਲੀ ਉਹੀ ਬੋਲਣੀ ਹੁੰਦੀ ਹੈ ਜਿਹੜਾ ਇਹਨੇ ਪਿੱਛੇ ਪੈਸੇ ਇਹਨਾਂ ਦੇ ਲਾਏ ਹੁੰਦੇ ਆ। ਪਰ ਬਿਲਕੁਲ ਗੱਲ ਸਹੀ ਹੈ, ਪਰ ਇੱਥੇ ਮੈਂ ਚਾਹੇ ਮੰਤਰੀਆਂ ਦੀ ਗੱਲ ਕਰਾਂ, ਕੈਬਨਿਟ ਮਿਨਿਸਟਰਾਂ ਦੀ ਗੱਲ ਕਰਾਂ, ਚਾਹੇ ਅਫਸਰਾਂ ਦੀ ਗੱਲ ਕਰਾਂ, ਹਰ ਕੋਈ ਇੱਕੋ ਜਿਹਾ ਵੀ ਨਹੀਂ ਹੁੰਦਾ। ਇਹ ਵੀ ਗੱਲ ਕਿਤੇ ਮੰਨਣੀ ਪੈਂਦੀ ਆ, ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ। ਜਿਹੜਾ ਬੰਦਾ ਚੰਗਾ ਵੀ ਹੈ ਕੰਮ ਕਰਨੇ ਵਾਲਾ, ਉਹਨੂੰ ਜਾਂ ਤਾਂ ਸਾਈਡ ਕਰ ਦਿੱਤਾ ਜਾਂਦਾ ਜਾਂ ਉਹਨੂੰ ਬਰਖਾਸਤ ਕਰ ਦਿੱਤਾ ਜਾਂਦਾ ਆ, ਤੇ ਕਿਉਂਕਿ ਉਹ ਅੜਕਣ ਪੈਦਾ ਕਰਦਾ ਹੀ ਕਰਦਾ ਆ, ਚਾਹੇ ਉਹ ਕੋਈ ਮਿਨਿਸਟਰ ਹੈ, ਚਾਹੇ ਉਹ ਕੋਈ ਅਫਸਰ ਹੈ, ਚਾਹੇ ਇੱਕ ਛੋਟਾ ਵਿਚਾਰਾ ਕੋਈ ਪੀਐਨ ਲੱਗਿਆ ਹੋਇਆ, ਪਰ ਉਹ ਬੰਦੇ ਜਿਹਨੇ ਆਪਣਾ ਰੋਲ ਅਦਾ ਕਰਨਾ ਸਹੀ ਉਹ ਕਰਦਾ ਹੈ। ਪਰ ਇੱਥੇ ਉਹਨਾਂ ਦੀ ਰੋਲ ਦੀ ਗੱਲ, ਉਹਨਾਂ ਦੀ ਕੋਈ ਗਲਤੀ ਨਹੀਂ, ਕਿਉਂਕਿ ਉਹਨਾਂ ਢਿੱਡ ਭਰਨੇ ਵਾਲੇ, ਉਹਨਾਂ ਖਿਲਾਉਣ ਵਾਲੇ ਅਸੀਂ ਆ। ਜੇ ਅਸੀਂ ਆਪਣੇ ਆਪ ਆਪਣੀ ਜਗ੍ਹਾ ਤੇ ਸਹੀ ਹੋਵਾਂਗੇ, ਜੇ ਅਸੀਂ ਆਪਣੇ ਆਪ ਉਹਨਾਂ ਨੂੰ ਇਹ ਚੀਜ਼ਾਂ ਤੋਂ ਰੋਕਾਂਗੇ, ਜੇ ਸਾਨੂੰ ਪਤਾ ਵੀ ਸਾਡੀ ਫਾਈਲ ਨੂੰ ਮਹੀਨਾ ਲੱਗਣਾ ਤਾਂ ਅਸੀਂ ਕਹੀਏ ਤੂੰ ਮਹੀਨਾ ਹੀ ਲਾ, ਜੇ ਪਤਾ ਸਾਡਾ ਡਰਾਈਵਿੰਗ ਲਾਇਸੈਂਸ ਬਣਨ ਜਾਣਾ ਤੇ ਅਸੀਂ ਉੱਥੇ ਪੈਸੇ ਨਹੀਂ ਚੜਾ ਸਕਦੇ ਤੇ ਅਸੀਂ ਨਹੀਂ ਖਾ ਸਕਦੇ, ਅਸੀਂ ਫਿਰ ਵੀ ਹੱਥ ਤੇ ਹੱਥ ਧਰ ਕੇ ਬਹਿ ਜਾਂਦੇ ਹਾਂ, ਤਾਂ ਵੀ ਸਾਡਾ ਡਰਾਈਵਿੰਗ ਲਾਇਸੈਂਸ ਬਣ ਕੇ ਆ ਜਾਂਦਾ। ਪਰ ਜਦ ਸਾਨੂੰ ਲੱਗਦਾ ਵੀ ਮੈਂ ਫਟਾਫਟ ਬਣਾ ਲੂੰਗਾ, ਮੇਰੇ ਕੋਲ ਤਾਂ ਪੈਸਾ ਵਾਧੂ ਹੈ, ਤਾਂ ਅਸੀਂ ਕਰ ਲੈਂਦੇ ਹਾਂ। ਕਿਉਂਕਿ ਸਾਡੇ ਲੋਕਾਂ ਦੀ ਨੇਚਰ ਇਹ ਹੋ ਚੁੱਕੀ ਆ ਵੀ ਅਸੀਂ ਕਿਸੇ ਦੀ ਮਿੰਨਤਾਂ ਨਹੀਂ ਕਰਨੀਆਂ, ਅਸੀਂ ਵੇਟ ਨਹੀਂ ਕਰਨੀ, ਸਾਡੇ ਕੋਲ ਪੈਸਾ ਹੈਗਾ ਅਸੀਂ ਸਿੱਟ ਕੇ ਕੰਮ ਕਰਾ ਲਾਂਗੇ। ਪਰ ਭਰਾਵੋ ਤੁਹਾਡੇ ਕੋਲ ਹੈਗਾ, ਤੁਸੀਂ ਸਿੱਟ ਕੇ ਕਰਾ ਲਓਗੇ, ਉਹਦੇ ਆਪਣੇ ਥੱਲੇ ਵੱਲ ਨੂੰ ਝਾਕੋ, ਗਰੀਬ ਵੱਲ ਝਾਕੋ ਜਿਹਦੇ ਕੋਲ ਨਹੀਂ ਹੈਗਾ, ਕਿਉਂਕਿ ਉਹ ਕਿਸ ਤਰ੍ਹਾਂ ਕਰਾਊਗਾ? ਕਿਉਂਕਿ ਤੁਸੀਂ ਇੱਕ ਦੇ ਮੂੰਹ ਨੂੰ ਖੂਨ ਲਾ ਚੁੱਕੇ ਹੋ ਆਪਣੇ ਪੈਸੇ ਦੇ ਕੇ। ਜਿਵੇਂ ਉਹਦਾ ਢਿੱਡ ਭਰਨਾ ਸ਼ੁਰੂ ਹੋਇਆ, ਜਦ ਉਹਨੂੰ ਖਾਣ ਦੀ ਆਦਤ ਪੈ ਗਈ, ਢਿੱਡ ਵੱਡਾ ਕਰਨ ਦੀ ਆਦਤ ਪੈ ਗਈ, ਪਰ ਉਹਨੇ ਰੁਕਣਾ ਨਹੀਂ। ਫਿਰ ਉਹਨੇ ਇਹ ਨਹੀਂ ਦੇਖਣਾ ਕਿ ਸਾਹਮਣੇ ਗਰੀਬ ਆ ਜਾਂ ਅਮੀਰ ਹੈ, ਉਹਨੇ ਹਰੇਕ ਨੂੰ ਖਾਣਾ, ਹਰੇਕ ਤੋਂ ਆਪਣਾ ਢਿੱਡ ਭਰਨਾ, ਢਿੱਡਲ ਬਣਨਾ ਤੇ ਭ੍ਰਿਸ਼ਟਾਚਾਰੀ ਹੋਣਾ। ਬਿਲਕੁਲ ਜਸਪ੍ਰੀਤ ਜੀ, ਜੇਕਰ ਆਪਾਂ ਗੱਲ ਕਰੀਏ ਇੱਕ ਪੀਐਨ ਤੋਂ ਲੈ ਕੇ ਇੱਕ ਵੱਡੇ ਅਫਸਰ ਤੱਕ ਭ੍ਰਿਸ਼ਟਾਚਾਰੀ ਫੈਲ ਚੁੱਕੀ ਹੈ। ਇਹ ਸਾਡੇ ਖੂਨ ਦੇ ਵਿੱਚ ਹੀ ਇਹ ਸ਼ਾਇਦ ਹੈ ਕਿ ਸਾਡੇ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਉਦੋਂ ਹੀ ਸਾਡੇ ਖੂਨ ਦੇ ਵਿੱਚ ਇਹ ਪਾਠ ਪੜ੍ਹਾਇਆ ਜਾਂਦਾ ਹੈ ਕਿ ਕਿਵੇਂ ਪੈਸੇ, ਜਦੋਂ ਅਸੀਂ ਜੇਕਰ ਆਪਾਂ ਇੱਕ IAS ਜਾਂ ਹੋਰ ਵੱਡੀਆਂ ਟੈਸਟਾਂ ਦੀ ਗੱਲ ਕਰ ਲਈ ਤਾਂ ਇਹ ਪੈਸਾ ਹੁਣ ਉੱਥੇ ਵੀ ਦਿਖਣ ਲੱਗ ਗਿਆ, ਕਿਉਂਕਿ ਜਦੋਂ ਅਸੀਂ ਆਪ ਪੈਸੇ ਦੇ ਕੇ ਭਰਤੀ ਹੁੰਦੇ ਆ ਜਾਂ ਆਪ ਭਰਤੀ ਵੇਲੇ ਪੈਸੇ ਦਿੰਦੇ ਆ ਤਾਂ ਫਿਰ ਸਾਡੇ ਵਿੱਚ ਜੋ ਸੇਵਾ ਕਰਨ ਦੀ ਸੇਵਾ ਆਪਾਂ ਆਪ ਖਰੀਦਦੇ ਆ ਬਿਲਕੁਲ, ਫਿਰ ਸੇਵਾ ਭਾਵਨਾ ਦੀ ਉੱਥੇ ਸਾਡੇ ਕੋਲੇ ਰਹਿ ਹੀ ਨਹੀਂ ਜਾਂਦੀ, ਸਾਡਾ ਮਨੋਰਥ ਇਹੀ ਹੋ ਜਾਂਦਾ। ਕਿਉਂਕਿ ਹੁਣ ਅੱਜ ਕੱਲ ਇਹ ਹੋ ਚੁੱਕਿਆ ਆਪਣਾ ਪ੍ਰਵੇਸ਼ ਜੀ ਕਿ ਇੱਥੇ ਅਗਲਾ ਕਹਿੰਦਾ ਪੜਨ ਦੀ ਕੋਈ ਲੋੜ ਨਹੀਂ, ਬਿਲਕੁਲ ਤੂੰ ਪੈਸਾ ਦੱਸ ਕਿੰਨਾ ਦਿੰਨਾ, ਸੀਟ ਤੇਰੀ ਆ। ਜਿਹੜੇ ਬੰਦੇ ਨੇ ਕਰੋੜ ਰੁਪਏ ਲਾ ਕੇ ਸੀਟ ਖਰੀਦੀ ਆ, ਭਾਈ ਜੀ ਉਹ ਕਰੋੜ ਕੀ ਉਹ 2 ਕਰੋੜ ਲਾ ਕੇ ਉਹਨੂੰ ਪੂਰੀ ਵੀ ਕਰੂਗਾ, ਉਹ ਢਿੱਡ ਜ਼ਰੂਰ ਭਰੂਗਾ। ਇਸ ਕਰਕੇ ਸ਼ੁਰੂਆਤ ਆਪਾਂ ਕਰਦੇ ਆ, ਆਪਾਂ ਨਾ ਕਰੀਏ ਤੇ ਨਾ ਆਪਾਂ ਢਿੱਡਲ ਬਣਾਈਏ। ਜੇ ਜਿੰਨੇ ਵੱਡੇ ਢਿੱਡ ਓਨੇ ਹੀ ਕਰਪਟ। ਇਹ ਜਿਹੜਾ ਹੁਣ ਸਾਹਮਣੇ ਸਰਵੇ ਆਇਆ, ਸ਼ਾਇਦ ਇਹ ਨਾ ਹੁੰਦਾ, ਨਾ ਕਰਨਾ ਪੈਂਦਾ, ਪਰ ਇਹ ਸਰਵੇ ਨੇ ਸੱਚਾਈ ਸਾਹਮਣੇ ਲਿਆਤੀ ਆ। ਕਿੰਨੀ ਕੁ ਸੱਚਾਈ ਹੈ ਇਸ ਉੱਤੇ ਸਾਡੇ ਵੱਲੋਂ ਕੋਈ ਪੁਖਤਾ ਮੋਹਰ ਨਹੀਂ, ਪਰ ਇਹ ਸਰਵੇ ਜ਼ਰੂਰ ਹੋਇਆ। ਇਸ ਨੂੰ ਲੈ ਕੇ ਤੁਸੀਂ ਸਰਚ ਕਰ ਸਕਦੇ ਹੋ, ਪੜ੍ਹ ਸਕਦੇ ਹੋ ਵੀ ਕਿਸ ਤਰੀਕੇ ਨਾਲ ਹੋਇਆ। ਪਰ ਤਰੀਕਾ ਬੜਾ ਵਧੀਆ ਸੀ। ਮੈਂ ਕਹਿੰਦਾ ਵੀ ਦੱਖਣੀ ਇੰਗਲੈਂਡ ਦਾ ਤਰੀਕਾ ਸੀ ਕਿ ਮੰਤਰੀ, ਕੈਬਨਿਟ ਮਿਨਿਸਟਰਾਂ ਨੂੰ, ਮੇਅਰਜ਼ ਨੂੰ, ਕੌਂਸਲਰਾਂ ਨੂੰ, ਸਾਰਿਆਂ ਨੂੰ ਖੜਾ ਲਿੱਤਾ ਜਾਂਦਾ ਸੀ ਸਾਹਮਣੇ ਤੇ ਫਿਰ ਵੇਟ ਕੀਤਾ ਜਾਂਦਾ ਸੀ। ਹਰ ਸਾਲ ਦਾ ਪ੍ਰੋਸੈਸ ਸੀ ਉਹ। ਪਰ ਉਹ ਹੁਣ ਚਲੋ ਟਾਈਮ ਬਦਲਿਆ, ਰੁਕ ਗਿਆ, ਪਰ ਇਸ ਨੂੰ ਲੈ ਕੇ ਹੀ ਸਰਵੇ ਹੋਇਆ। ਪਰ ਜੇ ਇੱਥੇ ਵੀ ਉਹੀ ਹੋਵੇ ਨਾ ਤਾਂ ਹਰ ਕੋਈ ਜਿਹੜਾ ਖਾਣ ਵਾਲਾ ਉਹ ਪਹਿਲਾਂ ਸੋਚੂਗਾ ਵੀ ਲੈ ਵੀ ਜੇ ਵੇਟ ਵੱਧ ਗਿਆ ਨਾ ਤਾਂ ਮੈਂ ਕੀ ਜਵਾਬ ਦਊਂਗਾ ਵੀ ਵੇਟ ਕਿਵੇਂ ਵਧਿਆ, ਕਿੱਥੋਂ ਰੋਟੀ ਜ਼ਿਆਦਾ ਜੁੜ ਗਈਆਂ। ਮੇਰੇ ਹਿਸਾਬ ਨਾਲ ਜਸਪ੍ਰੀਤ ਜੀ ਇੱਕ ਵਾਰ ਤਾਂ ਹੋਣਾ ਚਾਹੀਦਾ ਹੈ ਸਾਡੇ ਭਾਰਤ ਦੇਸ਼ ਦੇ ਵਿੱਚ। ਪਰ ਮੈਂ ਤੁਹਾਨੂੰ ਪ੍ਰਵੇਸ਼ ਜੀ ਦੱਸਣਾ ਚਾਹੁੰਦਾ ਕਿ 15 ਦੇਸ਼ਾਂ ਦੇ ਨਾਂ ਨਹੀਂ ਦੱਸੇ ਗਏ। ਕੁਝ ਦੇਸ਼ ਵਿੱਚ ਇੱਕ ਦੇ ਜਿਹੜੇ ਲਾਸਟ ਚ ਆਏ ਉਹਨਾਂ ਨੂੰ ਜ਼ਰੂਰ ਕਿਹਾ ਗਿਆ, 15 ਦੇਸ਼ਾਂ ਦੇ ਨਾਂ ਨਹੀਂ ਦੱਸੇ ਗਏ ਕਿ ਕਿਹੜੇ ਕਿਹੜੇ ਦੇਸ਼ ਵਿੱਚ ਹੈਗੇ ਨੇ ਕਿ ਨਹੀਂ ਹੈਗੇ, ਜਿੰਨੀ ਕੁ ਰਿਪੋਰਟ ਸਾਡੇ ਕੋਲ ਸੀ। ਪਰ ਇਹ ਗੱਲ ਸਾਬਿਤ ਆ ਕਿਤੇ ਨਾ ਕਿਤੇ ਦਬੇ ਸੁਰਾਂ ਚ ਆਪਣਾ ਵੀ ਜੇ ਦੇਸ਼ ਵਿੱਚ ਸ਼ਾਮਿਲ ਹੋਵੇ ਨਾ ਤਾਂ ਪਤਾ ਹੀ ਆ ਤੁਹਾਨੂੰ ਕੀ ਨਤੀਜੇ ਸਾਹਮਣੇ ਆਉਣਗੇ ਤੇ ਅਸੀਂ ਕਿੱਥੇ ਖੜੇ ਆ, ਕਿਉਂਕਿ ਬਦਨਾਮ ਤਾਂ ਅਸੀਂ ਹੈਗੇ ਹੀ ਆ, ਹੈਨਾ। ਇਹ ਸਾਡੇ ਹਾਲ ਇਹ ਹੋ ਚੁੱਕੇ ਆ। ਪਰ ਇਹਦੇ ਨਾਲ ਇੱਕ ਜ਼ਰੂਰ ਆ ਵੀ ਕੁਝ ਕੁ ਮੰਤਰੀ ਬਿਲਕੁਲ ਕਰਪਟ ਨੇ, ਜਿਹੜੇ ਬਾਕੀ ਚੰਗਿਆਂ ਨੂੰ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਰੋਕਦੇ ਆ, ਉਹਨਾਂ ਨੂੰ ਵੀ ਕਰਪਟ ਕਰਦੇ ਨੇ। ਉਹਨਾਂ ਨੂੰ ਇਹ ਕਹਿੰਦੇ ਨੇ ਵੀ ਕਾਕਾ ਤੈਨੂੰ ਤਾਂ ਖਾਣਾ ਹੀ ਨਹੀਂ ਆਉਂਦਾ, ਤੂੰ ਆਪਣੇ ਥੋੜੇ ਖਾਣ ਪਿੱਛੇ ਸਾਡਾ ਬਹੁਤਾ ਵੀ ਮਾਰਦਾ ਪਿਆ, ਜਾਂ ਤੂੰ ਨਹੀਂ ਖਾ ਰਿਹਾ ਤਾਂ ਸਾਡਾ ਥੋੜਾ ਵੀ ਮਾਰਦਾ ਪਿਆ। ਸੋ ਇਹੋ ਜਿਹੇ ਲੋਕ ਵੀ ਵਿੱਚ ਨੇ। ਸੋ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ। ਇਹਨਾਂ ਵੱਲ ਜਿਹੜਾ ਅਸੀਂ ਨਾ ਅਟਰੈਕਟ ਹੋਈਏ, ਨਾ ਇਹਨਾਂ ਨੂੰ ਢਿੱਡਲ ਬਣਾਈਏ, ਕਿਉਂਕਿ ਇਹ ਢਿੱਡਲ ਬਣ ਕੇ ਸਾਨੂੰ ਹੀ ਖਾਣਗੇ, ਔਖੇ ਕਰਨਗੇ। ਜਦੋਂ ਬਾੜ ਖੇਤ ਨੂੰ ਖਾਣ ਲੱਗੇ ਨਾ ਫਿਰ ਪਤਾ ਲੱਗਦਾ ਨੁਕਸਾਨ ਕੀ ਆ। ਹੁਣ ਟਾਈਮ ਆ ਗਿਆ, ਬਾੜ ਖੇਤ ਨੂੰ ਖਾਣ ਲੱਗ ਗਈ ਹੈ। ਅੱਗੇ ਲੱਗਦਾ ਹੁੰਦਾ ਸੀ ਚਲੋ ਸਾਨੂੰ ਕੀ ਹੈ, ਮਾੜਾ ਮੋਟਾ ਸਰਕਾਰ ਦਾ ਖਾਈ ਜਾਂਦੇ ਆ। ਭਰਾਵੋ ਇਹ ਮੰਤਰੀ ਜਿਹੜੇ ਸਰਕਾਰ ਦਾ ਨਹੀਂ ਖਾ ਰਹੇ, ਤੁਹਾਡਾ ਟੈਕਸ ਦਾ ਪੈਸਾ ਖਾ ਰਹੇ ਨੇ, ਕਿਉਂਕਿ ਟੈਕਸ ਦਾ ਪੈਸਾ ਹੀ ਇਹਨਾਂ ਕੋਲ ਜਾਂਦਾ। ਢਿੱਡ ਭਰਦੇ ਆ। ਜੋ ਸਹੀ ਤਰ੍ਹਾਂ ਲੱਗਦਾ ਤਾਂ ਦੇਸ਼ ਡਿਵੈਲਪ ਬਹੁਤ ਜ਼ਿਆਦਾ ਹੋ ਜਾਣਾ ਸੀ। ਇਹ ਸ਼ਰਮ ਦੀ ਗੱਲ ਆ ਕਿ ਅੱਜ ਸਾਡਾ ਰੁਪਈਆ ਬੰਗਲਾਦੇਸ਼ ਨਾਲੋਂ ਵੀ ਥੱਲੇ ਗਿਰਿਆ ਪਿਆ ਆ। ਤੁਸੀਂ ਹਾਲਾਤ ਸਾਡੇ ਦੇਸ਼ ਦੇ ਦੇਖ ਸਕਦੇ ਹੋ।
ਸੋ ਪ੍ਰਵੇਸ਼ ਮੈਨੂੰ ਲੱਗਦਾ ਵੀ ਸਮਝ ਗਈ ਹੋਣੀ ਆ ਜਨਤਾ ਸਾਡੀ, ਪਰ ਇਹ ਜਨਤਾ ਆ, ਪਬਲਿਕ ਆ, ਸਭ ਕੁਝ ਜਾਣਦੀ ਆ, ਪਰ ਜੋ ਜਾਣਨਾ ਚਾਹੀਦਾ ਆ ਉਹ ਵੀ ਜਾਣਨਾ ਚਾਹੀਦਾ, ਉਹ ਅੱਖਾਂ ਨਹੀਂ ਫੇਰਨੀਆਂ ਚਾਹੀਦੀਆਂ। ਸੋ ਪ੍ਰਵੇਸ਼ ਤੁਹਾਡਾ ਬਹੁਤ ਧੰਨਵਾਦ ਹੈ, ਥੈਂਕ ਯੂ ਵੈਰੀ ਮੱਚ, ਜਿਹੜਾ ਤੁਸੀਂ ਕੀਮਤੀ ਸਮੇਂ ਦਿੱਤਾ ਹੈ ਅੱਜ ਤੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਆ ਕਿ ਢਿੱਡਲ ਉਹਨੇ ਹੀ ਭ੍ਰਿਸ਼ਟਾਚਾਰੀ। ਬਹੁਤ ਸੋਹਣਾ ਮੁੱਦਾ ਸੀ ਜਸਪ੍ਰੀਤ ਜੀ, ਵਧੀਆ ਲੱਗਿਆ ਇੱਕ ਤਰ੍ਹਾਂ ਨਾਲ ਲੋਕਾਂ ਦੇ ਰੂਬਰੂ ਹੋ ਕੇ ਕਿ ਜੋ ਅਸੀਂ ਸਮਝਾਇਆ ਕਿ ਜਿੰਨੇ ਵੱਡੇ ਢਿੱਡ ਉਨੇ ਹੀ ਜ਼ਿਆਦਾ ਦੇਸ਼ 'ਚ ਭ੍ਰਿਸ਼ਟਾਚਾਰ। ਸਾਨੂੰ ਵੀ ਦਰਸ਼ਕਾਂ ਨੂੰ ਵੀ ਇਹ ਅਪੀਲ ਹੈ ਕਿ ਥੋੜ੍ਹਾ ਸੰਭਲੋ, ਇਹ ਵੀ ਦੇਖੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਨਾ ਹੋਵੇ ਕਿ ਉਹਨਾਂ 'ਚ ਭ੍ਰਿਸ਼ਟਾਚਾਰੀ ਕੁੱਟ-ਕੁੱਟ ਕੇ ਭਰੀਏ ਅਸੀਂ, ਤਾਂ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਾਈਏ, ਉਹਨਾਂ ਨੂੰ ਵੀ ਦੇਸ਼ ਦੁਨੀਆਦਾਰੀ ਸਿਖਾਈਏ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਸੋ ਅੱਜ ਗੱਲ ਕੀਤੀ ਆ ਇਸ ਵਿਸ਼ੇ ਨੂੰ ਲੈ ਕੇ ਕਿ ਜਿਹੜੇ ਮੰਤਰੀਆਂ ਦੇ ਢਿੱਡ ਵੱਡੇ ਹੁੰਦੇ ਆ ਜਾਂ ਵੇਟ ਵਧੇ ਹੁੰਦੇ ਨੇ ਉਹ ਮੰਤਰੀ ਜ਼ਿਆਦਾ ਕਰਪਟ ਹੁੰਦੇ ਨੇ, ਕਿਉਂਕਿ ਇਹ ਅਸੀਂ ਨਹੀਂ ਕਹਿੰਦੇ, ਇਹ ਸਰਵੇ ਹੋਇਆ, ਸਰਵੇ ਕਹਿੰਦਾ ਆ ਕਿ ਜਿਹੜੇ ਦੇਸ਼ ਦੇ ਮਿਨਿਸਟਰ ਜ਼ਿਆਦਾ ਮੋਟੇ ਹੋਣਗੇ ਉਹੀ ਦੇਸ਼ ਜ਼ਿਆਦਾ ਕਰਪਟ ਹੋਵੇਗਾ, ਕਿਉਂਕਿ ਇਹ ਮੰਨਿਆ ਜਾਂਦਾ ਕਿ ਉਹ ਟੈਕਸ ਚੋਰੀ ਕਰਕੇ ਆਪਣੀਆਂ ਜੇਬਾਂ ਭਰਦੇ ਨੇ, ਆਪਣੇ ਖਾਣ ਪੀਣ ਦੇ ਵਿੱਚ ਵਾਧੇ ਕਰ ਲੈਂਦੇ ਨੇ, ਉਹਨਾਂ ਦੇ ਵੇਟ ਵੀ ਵੱਧ ਜਾਂਦੇ ਨੇ ਕਿਉਂਕਿ ਚੁਸਤ ਦਰੁਸਤਾ ਹੁੰਦੇ ਨਹੀਂ। ਜੇਕਰ ਬੰਦਾ ਕੰਮ ਕਰੇਗਾ ਉਹ ਚੁਸਤ ਦਰੁਸਤ ਹੋਵੇਗਾ, ਸਿਹਤ ਵੀ ਠੀਕ ਰਹੇਗੀ, ਸਭ ਕੁਝ ਠੀਕ ਰਹੇਗਾ, ਪਰ ਜਿੰਨੇ ਵੱਡੇ ਢਿੱਡ ਓਨੇ ਹੀ ਕਰਪਟ। ਇਹ ਅਸੀਂ ਨਹੀਂ ਕਹਿੰਦੇ, ਇਹ ਕਹਿੰਦਾ ਇੱਕ ਸਰਵੇ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਸਾਡਾ ਅੱਜ ਦਾ ਸ਼ੋਅ ਪਸੰਦ ਆਇਆ ਹੋਵੇਗਾ। ਜ਼ਰੂਰ ਕਮੈਂਟ ਕਰਿਓ ਇਸ ਨੂੰ ਲੈ ਕੇ ਕਿ ਕਿੰਨਾ ਕੁ ਜੇ ਤੁਹਾਨੂੰ ਇਹ ਸਰਵੇ ਸਹੀ ਲੱਗਦਾ ਆ ਜਾਂ ਕੋਈ ਇਸ 'ਚ ਅਮੈਂਡਮੈਂਟ ਹੋਣੀ ਬਾਕੀ ਆ। ਫਿਲਹਾਲ ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ ਇਜਾਜ਼ਤ। ਧੰਨਵਾਦ।